ਭੂਰਿਆਂ ਵਾਲੇ ਰਾਜੇ ਕੀਤੇ ਭਾਗ 23। ਬੰਦਾ ਸਿੰਘ ਤੇ ਮੁਖੀ ਸਿੰਘਾਂ ਤੇ ਤਸ਼ੱਦਦ ਅਤੇ ਬੰਦਾ ਸਿੰਘ ਦੀ ਸ਼ਹਾਦਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 700 ਤੋਂ ਵੱਧ ਸਾਰੇ ਸਿੰਘ ਕਤਲ ਕਰਕੇ ਬੰਦਾ ਸਿੰਘ ਤੇ ਉਸ ਦੇ 17 ਉੱਘੇ ਸਰਦਾਰ ਤੇ ਅਹਿਲਕਾਰ ਕਿਲੇ ਵਿੱਚ ਉਸੇ ਤਰ੍ਹਾਂ ਅਗਲੇ ਹੁਕਮ ਤੱਕ ਰੱਖੇ ਗਏ। ਫੱਗਣ ਦੀ ਸੰਗਰਾਂਦ ਵਾਲੇ ਦਿਨ ਸਿੱਖਾਂ ਦਾ ਆਖਰੀ ਜਥਾ ਕਤਲ ਕੀਤਾ ਗਿਆ ਸੀ। ਇਸ ਦਿਨ ਤੋਂ ਲੈ ਕੇ 3 ਮਹੀਨੇ ਤੱਕ ਬਿਲਕੁਲ ਚੁੱਪ ਚਾਂ ਰਹੀ। ਇਹ ਕੋਈ ਉਹਨਾਂ ਨਾਲ ਰਿਆਇਤ ਨਹੀਂ ਕੀਤੀ ਗਈ। ਇਸ ਤਰ੍ਹਾਂ ਕਰਨ ਦਾ ਅਸਲੀ ਭਾਵ ਇਹ ਸੀ ਕਿ ਬੰਦਾ ਸਿੰਘ ਜਾਂ ਉਸ ਦੇ ਸਰਦਾਰਾਂ ਪਾਸੋਂ ਉਹਨਾਂ ਖਜ਼ਾਨਿਆਂ ਦਾ ਪਤਾ ਕੱਢਿਆ ਜਾ ਸਕੇ ਜੋ ਸਰਹੰਦ ਜੈਸੇ ਧਨ ਦੌਲਤ ਨਾਲ ਭਰਪੂਰ ਸ਼ਹਿਰ ਦੀ ਲੁੱਟ ਤੋਂ ਇਹਨਾਂ ਦੇ ਹੱਥ ਆਏ ਅਤੇ ਕਿਤੇ ਉਜਾੜ ਬੀਆਬਾਨਾਂ ਵਿੱਚ ਕਿਸੇ ਖੂਫੀਆ ਜਗ੍ਹਾ ਵਿੱਚ ਦੱਬ ਛੱਡੇ ਸਨ। ਨਾਲ ਇਹ ਵੀ ਪਤਾ ਕੱਢਣਾ ਸੀ ਕਿ ਇਹਨਾਂ ਦੇ ਕੌਣ-ਕੌਣ ਹਮੈਤੀ ਬਚ ਗਏ ਹਨ ਤੇ ਉਹਨਾਂ ਦੇ ਪਿੰਡ ਪੀੜ ਕਿੱਥੇ-ਕਿੱਥੇ ਹਨ। ਰੋਜ਼ ਹੀ ਕਈ ਵੱਡੇ-ਵੱਡੇ ਅਫਸਰ ਆਉਂਦੇ, ਸਿੱਖਾਂ ਨਾਲ ਹਮਦਰਦੀ ਦੀਆਂ ਗੱਲਾਂ ਕਰਦੇ, ਬਾਦਸ਼ਾਹ ਦੇ ਬੜਾ ਰਹਿਮ ਦਿਲ ਹੋਣ ਦੇ ਲਿਫਾਫੇ ਬੰਨ੍ਹਦੇ। ਖਜ਼ਾਨੇ ਦੱਸ ਦਿਓਗੇ ਤਾਂ ਸ਼ਾਇਦ ਬਾਦਸ਼ਾਹ ਦਾ ਦਿਲ ਪਸੀਜ ਹੀ ਜਾਵੇ। ਹੁਣ ਇਹ ਦੱਬੇ ਖਜ਼ਾਨੇ ਤੁਹਾਡੇ ਕਿਸ ਕੰਮ? ਤੁਹਾਨੂੰ ਉਹਨਾਂ ਤੋਂ ਲਾਭ ਤਾਂ ਹੀ ਹੈ ਜੇ ਤੁਸੀਂ ਉਹਨਾਂ ਦੀ ਦੱਸ ਪਾ ਦਿਓ ਤੇ ਤੁਹਾਨੂੰ ਮਾਫੀ ਮਿਲ ਜਾਵੇ। ਫਿਰ ਸਰਕਾਰ ਤੁਹਾਡੇ ਗੁਜ਼ਾਰੇ ਲਈ ਤੁਹਾਨੂੰ ਵਿੱਚੋਂ ਕੁਝ ਦੇਵੇਗੀ। ਨਾ ਦੱਸਣ ਤੇ ਖਜ਼ਾਨਾ ਤਾਂ ਕੀ ਤੁਹਾਡੇ ਹੱਥ ਆਉਣਾ, ਜਾਨਾਂ ਤੋਂ ਵੀ ਹੱਥ ਧੋ ਬੈਠੋਗੇ। ਸਿੰਘਾਂ ਦਾ ਇੱਕ ਹੀ ਤੇ ਆਖਰੀ ਜਵਾਬ ਸੀ ਕਿ ਅਸੀਂ ਖਜ਼ਾਨੇ ਇਕੱਠੇ ਕਰਨ ਲਈ ਤੇਗਾਂ ਹੱਥਾਂ ਵਿੱਚ ਲੈ ਕੇ ਮੈਦਾਨ ਵਿੱਚ ਨਹੀਂ ਸਾਂ ਉਤਰੇ। ਅਸੀਂ ਤਾਂ ਲੁੱਟੀ ਪੁੱਟੀ ਤੇ ਤੁਹਾਡੇ ਜ਼ੁਲਮ ਦੇ ਪਰਲੂ ਥੱਲੇ ਦਰੜੀ ਹੋਈ ਮਾਸੂਮ ਲੁਕਾਈ ਨੂੰ ਥੱਲਿਓਂ ਕੱਢ ਕੇ ਸੁੱਖ ਦਾ ਸਾਹ ਲੈਣ ਜੋਗੀ ਕਰਨ ਆਏ ਸਾਂ। ਜੋ ਸਾਡੇ ਹੱਥ ਆਇਆ ਭੁਆ ਕੇ ਉਹਨਾਂ ਲੋੜਵੰਦਾਂ ਨੂੰ ਜੋ ਉਸ ਦੇ ਅਸਲ ਹੱਕਦਾਰ ਤੇ ਮਾਲਕ ਸਨ ਵਾਪਸ ਕਰ ਦਿੱਤਾ। ਅਸੀਂ ਬਾਣੀਏ ਬਕਾਲ ਜਾਂ ਤੁਹਾਡੇ ਵਾਂਗ ਦੌਲਤ ਧਰਤੀ ਵਿੱਚ ਦੱਬ ਕੇ ਉੱਤੇ ਸੱਪ ਬਣ ਕੇ ਬਹਿਣ ਵਾਲੇ ਨਹੀਂ। ਅਸੀਂ ਤਾਂ ਦੱਬੀਆਂ ਦੌਲਤਾਂ ਪੁੱਟ ਕੇ ਲੋਕਾਂ ਵਿੱਚ ਵੰਡਣ ਵਾਲੇ ਹਾਂ। ਸਾਨੂੰ ਕੀ ਪਈ ਸੀ ਕਿ ਖਜ਼ਾਨੇ ਇਕੱਠੇ ਕਰਕੇ ਦੱਬਦੇ ਫਿਰੀਏ। ਇਹਨਾਂ ਫਜ਼ੂਲ ਗੱਲਾਂ ਵਿੱਚ ਸਾਡਾ ਤੇ ਆਪਣਾ ਸਮਾਂ ਨਸ਼ਟ ਨਾ ਕਰੋ। ਸਾਡੇ ਉੱਤੇ ਨਾ ਕਿਸੇ ਲਾਲਚ ਦਾ ਅਸਰ ਹੈ ਨਾ ਡਰ ਦਾ। ਤੁਹਾਡਾ ਬਾਦਸ਼ਾਹ ਤੇ ਤੁਸੀਂ ਕਿੱਡੇ ਕੁ ਰਹਿਮ ਦਿਲ ਹੋ, ਸਾਨੂੰ ਰਤਾ ਮਾਸਾ ਵੀ ਭੁੱਲ ਨਹੀਂ। ਰਹੀ ਗੱਲ ਸਾਡੇ ਸਾਥੀਆਂ ਤੇ ਤੁਹਾਡੇ ਵਿਰੋਧੀਆਂ ਦੀ, ਸਮਝ ਲਓ ਕਿ ਸਾਰਾ ਖਾਲਸਾ ਪੰਥ ਜਿਉਂਦੀ ਆਤਮਾ ਵਾਲੇ ਤੇ ਇਮਾਨਦਾਰ ਮੁਸਲਮਾਨ ਤੇ ਹਿੰਦੂ ਸਾਡੇ ਸਾਥੀ ਹਨ ਜੋ ਸਰਕਾਰੀ ਜ਼ਬਰ ਦੇ ਵਿਰੁੱਧ ਹਨ। ਇਸ ਗਿਣਤੀ ਦਾ ਸਾਡੇ ਪਾਸ ਕੋਈ ਹਿਸਾਬ ਨਹੀਂ ਹੈ। ਤੁਹਾਡੇ ਸਾਡੇ ਵਿਚਕਾਰ ਇੱਕ ਬੜੀ ਪੱਕੀ ਲਕੀਰ ਵੱਜੀ ਹੋਈ ਹੈ। ਰਾਜਸੀ ਸ਼ਕਤੀ ਤੇ ਜ਼ੁਲਮ ਜ਼ਬਰ ਕਰਨ ਦੀ ਸਮਰੱਥਾ ਤੁਹਾਡੇ ਪਾਸ ਹੈ ਤੇ ਜੋ ਤੁਸੀਂ ਤਾਬੜ ਤੋੜ ਕਰੀ ਜਾ ਰਹੇ ਹੋ। ਲਕੀਰੋਂ ਦੂਜੇ ਪਾਸੇ ਅਸੀਂ ਹਾਂ, ਮਜ਼ਲੂਮ ਸਾਡੇ ਨਾਲ ਹਨ। ਤੁਹਾਡਾ ਜ਼ੁਲਮ ਸਿਰ ਤੇ ਝੱਲਣ ਦੀ ਸਾਡੇ ਵਿੱਚ ਮਾਲਕ ਨੇ ਅਥਾਹ ਸ਼ਕਤੀ ਭਰ ਦਿੱਤੀ ਹੈ। ਅਸੀਂ ਸਭ ਕੁਝ ਝੱਲਿਆ ਹੈ ਤੇ ਸਬਰ ਕੀਤਾ ਹੈ। ਤੁਹਾਡਾ ਸਾਡਾ ਅੱਗ ਤੇ ਬਰੂਦ ਵਾਲਾ ਫਰਕ ਹੈ, ਇਹ ਕਦੀ ਵੀ ਮਿਟ ਨਹੀਂ ਸਕਦਾ। ਜੋ ਤੁਹਾਡੇ ਦਿਲ ਵਿੱਚ ਹੈ ਸਾਥੋਂ ਗੁੱਝਾ ਨਹੀਂ। ਸਾਡੀ ਸ਼ਹਾਦਤ ਦੇ ਖਜ਼ਾਨੇ ਤੁਸੀਂ ਦੱਬੀ ਖੜੇ ਹੋ। ਸਾਡੀ ਇਮਾਨਤ ਸਾਡੇ ਹਵਾਲੇ ਕਰੋ ਤਾਂ ਜੋ ਅਸੀਂ ਅੱਗੇ ਜਾ ਚੁੱਕੇ ਵੀਰਾਂ ਨਾਲ ਮਿਲ ਸਕੀਏ। ਸਰਕਾਰੀ ਅਫਸਰ ਸਿੱਖਾਂ ਦੀ ਖੋਹ ਨੂੰ ਨਹੀਂ ਸਨ ਸਮਝਦੇ। ਉਹਨਾਂ ਨੂੰ ਸ਼ੱਕ ਸੀ ਕਿ ਮਾਰ ਕੁਟਾਈ ਤੇ ਅਸਹਿ ਤਸੀਹਾਂ ਨਾਲ ਇਹਨਾਂ ਦੇ ਹੱਥ ਨੂੰ ਭੰਨ ਲਵਾਂਗੇ। ਸਿੰਘਾਂ ਨੂੰ ਭੁੱਖ ਤਰੇ ਕਾਠ ਵਿੱਚ ਦੇ ਹੱਡ ਪਸਲੀ ਭੰਨ ਅਤੇ ਕਿਹੜਾ ਜ਼ੁਲਮ ਸੀ ਇਹਨਾਂ 3 ਮਹੀਨਿਆਂ ਵਿੱਚ ਜਿਹੜਾ ਇਹਨਾਂ ਕੈਦੀਆਂ ਉੱਤੇ ਨਹੀਂ ਸੀ ਢਾਇਆ ਗਿਆ। ਅਫਸਰਾਂ ਹਾਰ ਕੇ ਬਾਦਸ਼ਾਹ ਨੂੰ ਕਿਹਾ ਕਿ ਇਹਨਾਂ ਤੋਂ ਕੁਝ ਹਾਸਲ ਨਹੀਂ ਹੁੰਦਾ, ਸੋ ਇਹਨਾਂ ਦੇ ਕਤਲ ਦਾ ਆਖਰੀ ਹੁਕਮ ਦੇ ਦਿੱਤਾ ਗਿਆ। ਇਹਨਾਂ 3 ਮਹੀਨਿਆਂ ਦੀ ਤਫਤੀਸ਼ ਤੇ ਮਾਰ ਕੁਟਾਈ ਦੇ ਸਮੇਂ ਜਦ ਸਿੰਘ ਤਸੀਹੇ ਦੇ ਤੇ ਭੁੱਖੇ ਮਾਰ-ਮਾਰ ਮਰਨ ਕਿਨਾਰੇ ਕੀਤੇ ਹੋਏ ਸਨ, ਕਿਲੇ ਵਿੱਚ ਹੀ ਬਾਦਸ਼ਾਹ ਨੇ ਕੈਦੀਆਂ ਨੂੰ ਪਾਸ ਬੁਲਾਇਆ। ਬਾਬਾ ਸਰੂਪ ਦਾਸ ਭੱਲਾ ਨੇ ਇਸ ਮੌਕੇ ਦਾ ਹਾਲ ਮਹਿਮਾ ਪ੍ਰਕਾਸ਼ ਵਿੱਚ ਦਿੱਤਾ ਹੈ। ਉਹ ਲਿਖਦਾ ਹੈ ਕਿ ਇਹਨਾਂ ਪਾਸ ਬੁਲਾਇਆਂ ਕੈਦੀਆਂ ਨੂੰ ਸੰਬੋਧਨ ਕਰਕੇ ਫਰਖਸ਼ੀਅਰ ਨੇ ਕਿਹਾ, ਮੈਂ ਸੁਣਿਆ ਸੀ ਤੁਹਾਡੇ ਵਿੱਚ ਬਾਜ ਸਿੰਘ ਦਾ ਨਾਂ ਸਿੱਖ ਬੜਾ ਉੱਘਾ ਸੂਰਮਾ ਹੈ, ਨਾਮਵਰ ਬਹਾਦਰ ਹੈ
ਅਤੇ ਗੁਰੂ ਦੀ ਉਸ ਤੇ ਬੜੀ ਕਿਰਪਾ ਹੈ। ਅੱਗੋਂ ਬਾਜ ਸਿੰਘ ਨੇ ਬੜੇ ਠਰਮੇ ਤੇ ਗਰਜਵੀਂ ਆਵਾਜ਼ ਵਿੱਚ ਉੱਤਰ ਦਿੱਤਾ, ਮੈਂ ਹਾਂ ਬਾਜ ਸਿੰਘ, ਗੁਰੂ ਮਹਾਰਾਜ ਦਾ ਇੱਕ ਅਦਨਾ ਸੇਵਕ। ਬਾਦਸ਼ਾਹ ਨੇ ਕਿਹਾ, ਅੱਛਾ, ਤੂੰ ਤਾਂ ਬੜਾ ਡਾਢਾ ਸੂਰਮਾ ਸੁਣਿਆ ਹੈ, ਪਰ ਹੁਣ ਤਾਂ ਤੂੰ ਕਾਸੇ ਜੋਗਾ ਨਹੀਂ, ਤੈਥੋਂ ਕੁਝ ਵੀ ਨਹੀਂ ਹੋ ਸਕਦਾ। ਬਾਜ ਸਿੰਘ ਨੇ ਜਵਾਬ ਦਿੱਤਾ, ਜੇ ਤੁਸੀਂ ਮੇਰੀਆਂ ਬੇੜੀਆਂ ਖੁਲਵਾ ਦਿਓ ਤਾਂ ਮੈਂ ਹੁਣ ਵੀ ਤੁਹਾਨੂੰ ਇੱਥੇ ਹੀ ਕੁਝ ਤਮਾਸ਼ਾ ਵਿਖਾ ਦਿਆਂਗਾ। ਬਾਦਸ਼ਾਹ ਨੂੰ ਉਤਸੁਕਤਾ ਹੋਈ ਕਿ ਭੁੱਖ ਤਰੇ ਤੇ ਤਸੀਹਾਂ ਨਾਲ ਪਿੰਜਰ ਕੀਤਾ ਹੋਇਆ ਭਲਾ ਇਹ ਕੀ ਕਰ ਲਵੇਗਾ। ਬੇੜੀਆਂ ਖੋਲ ਦੇਣ ਦਾ ਹੁਕਮ ਦੇ ਦਿੱਤਾ। ਬੇੜੀਆਂ ਖੁੱਲਣ ਦੀ ਦੇਰ ਸੀ ਕਿ ਬਾਜ ਸਿੰਘ ਬੜੀ ਤੇਜ਼ੀ ਨਾਲ ਬਾਜ ਵਾਂਗ ਝਪਟਿਆ ਤੇ ਲਾਗੇ ਖੜੇ ਪਹਿਰੇਦਾਰਾਂ ਚੋਂ ਤਿੰਨਾਂ ਨੂੰ ਹੱਥੀਂ ਪਈਆਂ ਬੇੜੀਆਂ ਦੇ ਸੰਗਲਾਂ ਨਾਲ ਹੀ ਮਾਰ ਮੁਕਾਇਆ। ਫਿਰ ਇੱਕ ਸ਼ਾਹੀ ਅਮੀਰ ਅਫਸਰ ਵੱਲ ਹੋਇਆ ਤੇ ਉਹ ਅੱਗੇ ਲੱਗ ਕੇ ਨੱਸ ਉੱਠਿਆ। ਕੰਮ ਵੱਧਦਾ ਵੇਖ ਕੇ ਬਾਦਸ਼ਾਹੀ ਖਿਦਮਤਗਾਰ ਚੁਫੇਰਿਓਂ ਉਸ ਉੱਤੇ ਟੁੱਟ ਪਏ। ਉਸ ਨੂੰ ਘਾਇਲ ਕਰਕੇ ਕਾਬੂ ਕਰ ਲਿਆ ਗਿਆ। ਜੇਕਰ ਬਾਜ ਸਿੰਘ ਦੇ ਹੱਥ ਵੀ ਖੁੱਲੇ ਹੁੰਦੇ ਤੇ ਤਲਵਾਰ ਦਾ ਨੇਜਾ ਉਸ ਪਾਸ ਹੁੰਦਾ ਤਾਂ ਬਾਦਸ਼ਾਹ ਇਸ ਤੋਂ ਵੀ ਵੱਡਾ ਤਮਾਸ਼ਾ ਵੇਖ ਲੈਂਦਾ। ਤਿੰਨਾਂ ਦੀ ਥਾਂ ਕਈਆਂ ਨੂੰ ਬਹਿਸ਼ਤੀ ਵਾੜ ਦਿੰਦਾ। ਬੰਦਾ ਸਿੰਘ ਨੂੰ ਬੜੇ ਬੜੇ ਲਾਲਚ ਦੇ ਕੇ ਮੁਸਲਮਾਨ ਹੋ ਕੇ ਜਾਨ ਬਚਾ ਲੈਣ ਲਈ ਕਿਹਾ ਗਿਆ, ਜਿਸ ਪੇਸ਼ਕਸ਼ ਨੂੰ ਉਸ ਦੇ ਸਾਥੀਆਂ ਨੇ ਬੜੀ ਘਿਰਣਾ ਨਾਲ ਠੁਕਰਾ ਦਿੱਤਾ। ਉਸ ਨੂੰ ਬੰਦਾ ਸਿੰਘ ਕਿਵੇਂ ਪ੍ਰਵਾਨ ਕਰ ਸਕਦਾ ਸੀ। ਉਸ ਨੇ ਬੜੀ ਨਿਡਰਤਾ ਤੇ ਨਫ਼ਰਤ ਭਰੇ ਲਹਿਜੇ ਵਿੱਚ ਕਿਹਾ ਕਿ ਉਹ ਇਸਲਾਮ ਕਿਸੇ ਵੀ ਕੀਮਤ ਤੇ ਕਬੂਲ ਨਹੀਂ ਕਰ ਸਕਦਾ। ਆਪਣੇ ਸਤਿਗੁਰੂ ਦਾ ਇਲਾਹੀ ਤੇ ਸੱਚਾ ਧਰਮ ਛੱਡ ਕੇ ਤੁਹਾਡਾ ਝੂਠਾ ਛਲ ਕਪਟ ਤੇ ਲਾਰੇ ਲੱਪਿਆਂ ਵਾਲਾ ਧਰਮ ਧਾਰਨ ਕਰਨ ਨਾਲੋਂ ਮੈਂ ਆਪਣੇ ਗੁਰੂ ਦੇ ਮਾਰਗ ਤੇ ਚੱਲਦਾ ਹੋਇਆ ਮੁੜ ਮੁੜ ਹਜ਼ਾਰਾਂ ਲੱਖਾਂ ਵਾਰ ਮਰਨ ਨੂੰ ਤਿਆਰ ਹਾਂ। ਤੁਸੀਂ ਮੌਤ ਦਾ ਡਰਾਵਾ ਦੇ ਕਿਸ ਨੂੰ ਰਹੇ ਹੋ। ਇਸ ਤੇ ਬਾਦਸ਼ਾਹ, ਜੋ ਕਾਫੀ ਠੇਠ ਹੋ ਕੇ ਖਿਝ ਚੁੱਕਿਆ ਸੀ, ਨੇ ਅੱਗੇ ਹੋ ਕੇ ਪੁੱਛਿਆ, ਜੇ ਤੂੰ ਮਰਨਾ ਹੀ ਮਿਥ ਲਿਆ ਹੈ ਤਾਂ ਆਪ ਹੀ ਦੱਸ, ਤੈਨੂੰ ਕਿਹੜੀ ਮੌਤੇ ਮਾਰੀਏ। ਬੰਦਾ ਸਿੰਘ ਨੇ ਨਿਧੜਕ ਹੋ ਤੜਾਕ ਦੀ ਕਿਹਾ, ਜਿਸ ਮੌਤੇ ਆਪ ਮਰਨਾ ਹੈ। ਇਸ ਤੋਂ ਅੱਗੇ ਬਾਦਸ਼ਾਹ ਨੂੰ ਕੁਝ ਹੋਰ ਕਹਿਣ ਸੁਣਨ ਦੀ ਤਾਬ ਨਾ ਰਹੀ। ਬੰਦਾ ਸਿੰਘ ਤੇ ਉਸ ਦੇ ਸਾਥੀਆਂ ਦੇ ਕਤਲ ਦਾ ਆਖਰੀ ਹੁਕਮ ਸੁਣਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ। 9 ਜੂਨ 1716 ਈਸਵੀ ਵਾਲੇ ਦਿਨ ਬੰਦਾ ਸਿੰਘ, ਉਸ ਦੇ ਪੁੱਤਰ ਅਜੇ ਸਿੰਘ ਅਤੇ ਉਸ ਦੇ ਸਾਥੀ ਸਰਦਾਰ, ਜਿਨ੍ਹਾਂ ਵਿੱਚ ਸਰਦਾਰ ਫਤਿਹ ਸਿੰਘ, ਸਰਦਾਰ ਬਾਜ ਸਿੰਘ, ਸਰਦਾਰ ਰਾਮ ਸਿੰਘ ਮੀਰਪੁਰ, ਆਲੀ ਸਿੰਘ ਸਲੌਦੀ ਵਾਲਾ, ਗੁਲਾਬ ਸਿੰਘ ਯਾਦ ਰਹੇ ਗੁਲਾਬੂ ਤੋਂ ਪਿੱਛੋਂ ਗੁਲਾਬ ਸਿੰਘ ਵਜੋਂ ਸਿੱਖ ਇਤਿਹਾਸ ਵਿੱਚ ਪ੍ਰਸਿੱਧ ਹੋਇਆ। ਇਹ ਆਦਮੀ ਤਜਾਰਤ ਪੇਸ਼ਾ ਸੀ ਤੇ ਆਰੰਭ ਵਿੱਚ ਇਹ ਬਹਾਦਰ ਸ਼ਾਹ ਦੇ ਦਰਬਾਰ ਤੇ ਲਸ਼ਕਰ ਵਿੱਚ ਤੰਬਾਕੂ ਵੇਚਿਆ ਕਰਦਾ ਸੀ। ਗੁਰੂ ਘਰ ਦੀ ਕੁਰਬਾਨੀ, ਸਿੰਘਾਂ ਦੀ ਬੀਰਤਾ ਤੇ ਬੰਦਾ ਸਿੰਘ ਦੀ ਬਹਾਦਰੀ ਨੇ ਇਸ ਦਾ ਮਨ ਬਦਲ ਦਿੱਤਾ ਤੇ ਇਸ ਦਾ ਝੁਕਾਅ ਬੰਦਾ ਸਿੰਘ ਵੱਲ ਹੋ ਗਿਆ। ਇਸ ਦੇ ਮਨ ਵਿੱਚ ਉਸ ਪ੍ਰਤੀ ਬੜੀ ਸ਼ਰਧਾ ਬਣ ਗਈ। ਜਦ ਲੋਹਗੜ੍ਹ ਦੀ ਲੜਾਈ ਹੋਈ ਤਾਂ ਇਹ ਬਹਾਦਰ ਸ਼ਾਹ ਦੇ ਲਸ਼ਕਰ ਚੋਂ ਨਿਕਲ ਕੇ ਬੰਦਾ ਸਿੰਘ ਪਾਸ ਚਲਾ ਗਿਆ ਤੇ ਪੱਕਾ ਸਿੰਘ ਬਣ ਗਿਆ। ਲੋਹਗੜ੍ਹ ਵਿੱਚੋਂ ਅਲੋਪ ਹੋਣ ਵੇਲੇ ਲਸ਼ਕਰ ਨੂੰ ਧੋਖਾ ਦੇਣ ਲਈ ਇਸ ਗੁਲਾਬ ਸਿੰਘ ਨੇ ਉਸ ਦੀ ਪੁਸ਼ਾਕ ਪਾ ਲਈ ਤੇ ਉਸ ਦੀ ਜਗ੍ਹਾ ਬੈਠ ਗਿਆ, ਤਾਂ ਕਿ ਬਾਹਰੋਂ ਵੇਖਣ ਵਾਲੇ ਸਮਝਣ ਕਿ ਬੰਦਾ ਸਿੰਘ ਅੰਦਰ ਹੀ ਹੈ। ਲੋਹਗੜ੍ਹ ਦਾ ਕਿਲਾ ਸਾਰ ਹੋ ਗਿਆ। ਬੰਦਾ ਸਿੰਘ ਨਿਕਲ ਚੁੱਕਾ ਸੀ। ਜਦ ਬੰਦਾ ਸਿੰਘ ਦੀ ਥਾਂ ਉਸ ਦਾ ਪਹਿਲਾ ਤਮਾਕੂ ਫਰੋਸ਼ ਗੁਲਾਬੂ ਫੜਿਆ ਆਇਆ ਤਾਂ ਬਹਾਦਰ ਸ਼ਾਹ ਨੇ ਇਸ ਨੂੰ ਸਣੇ ਨਾਹਨ ਦੇ ਰਾਜੇ ਦੇ ਲੋਹੇ ਦੇ ਪਿੰਜਰੇ ਵਿੱਚ ਕੈਦ ਕਰਕੇ ਦਿੱਲੀ ਵੱਲ ਘਲਾ ਦਿੱਤਾ। ਬਾਦਸ਼ਾਹ ਲਾਹੌਰ ਜਾ ਕੇ ਪਾਗਲ ਹੋ ਕੇ ਮਰ ਗਿਆ। ਗੁਲਾਬ ਸਿੰਘ ਦਿੱਲੀ ਹੀ ਕੈਦ ਰਿਹਾ। ਗੁਰਦਾਸ ਨੰਗਲ ਦਾ ਕਿਲਾ ਸਰ ਹੋ ਜਾਣ ਪਿੱਛੋਂ ਜਦ ਬੰਦਾ ਸਿੰਘ ਫੜਿਆ ਦਿੱਲੀ ਆਇਆ ਤਾਂ ਹੋਰਨਾਂ ਸਿੰਘਾਂ ਨਾਲ ਗੁਲਾਬ ਸਿੰਘ ਵੀ ਸ਼ਹੀਦ ਕੀਤਾ ਗਿਆ। ਗੁਲਾਬ ਸਿੰਘ ਗੁਲਾਬੂ ਆਦ ਨੂੰ ਹੱਥ ਘੜੀਆਂ ਤੇ ਬੇੜੀਆਂ ਵਿੱਚ ਜਕੜ ਕੇ ਕਿਲਿਓਂ ਬਾਹਰ ਕੱਢਿਆ ਗਿਆ। ਸਰਬਰਾਹ ਖਾਨ ਕੋਤਵਾਲ ਤੇ ਮੀਰੇ ਆਤਸ਼ ਤੋਪਖਾਨੇ ਦਾ ਮੁਖੀ ਇਬਰਾਮੁਦੀਨ ਖਾਨ ਦੀ ਨਿਗਰਾਨੀ ਵਿੱਚ ਇਹਨਾਂ ਨੂੰ ਦਿੱਲੀ ਦੇ ਬਾਜ਼ਾਰਾਂ ਵਿੱਚ ਦੀ ਫੇਰ ਕੇ ਦਿੱਲੀੋਂ ਬਾਹਰ ਮਹਿਰੌਲੀ ਵੱਲ ਲੈ ਜਾਇਆ ਗਿਆ। ਜਿਵੇਂ ਕੈਦ ਕਰਕੇ ਲਿਆਂਦੇ ਸਿੰਘਾਂ ਨੂੰ ਦਿੱਲੀ ਵਿੱਚ ਲਿਆਉਣ ਲੱਗਿਆਂ ਨਾਲ ਸਲੂਕ ਕੀਤਾ ਸੀ, ਅੱਜ ਫੇਰ ਉਸੇ ਤਰੀਕੇ ਨੂੰ ਦੁਹਰਾਇਆ ਗਿਆ। ਹੱਥ ਘੜੀਆਂ ਤੇ ਬੇੜੀਆਂ ਨਾਲ ਜਕੜੇ ਹੋਏ ਬੰਦਾ ਸਿੰਘ ਨੂੰ
ਲਾਲ ਰੇਸ਼ਮ ਦੀ ਤਿੱਲੇ ਨਾਲ ਕੱਢੀ ਹੋਈ ਪਗੜੀ ਅਤੇ ਤਿੱਲੇਦਾਰ ਪੋਸ਼ਾਕ ਪੁਆਈ ਹੋਈ ਸੀ। ਉਸੇ ਤਰ੍ਹਾਂ ਉਸ ਨੂੰ ਹਾਥੀ ਉੱਤੇ ਚੜਾਇਆ ਹੋਇਆ ਸੀ। ਪਹਿਲਾਂ ਕੋਤਵਾਲੀ ਵੱਲ ਲਿਆਂਦੇ ਗਏ ਤੇ ਫਿਰ ਖਵਾਜਾ ਬਖਤਿਆਰ ਕਾਕੀ ਦੀ ਦਰਗਾਹ ਵੱਲ ਲੈ ਤੁਰੇ। ਅੱਗੇ ਅੱਗੇ ਢੋਲ ਵੱਜਦਾ ਜਾਂਦਾ ਤੇ ਨਾਲ ਡੌਂਡੀ ਪਿੱਟੀ ਦੀ ਜਾਂਦੀ ਸੀ। ਮਹਿਰੌਲੀ ਤੱਕ ਜਾਂਦਿਆਂ ਤਮਾਸ਼ਾਈਆਂ ਦੀ ਭੀੜ ਕਈ ਹਜ਼ਾਰਾਂ ਤੱਕ ਅੱਪੜ ਗਈ। ਬੰਦਾ ਸਿੰਘ ਦੇ ਪਿੱਛੇ ਪਿੱਛੇ ਉਸ ਦੇ 26 ਸਾਥੀ ਉਸ ਵਾਂਗ ਅਡੋਲ ਤੇ ਸ਼ਾਂਤ ਚਿੱਤ ਜਾ ਰਹੇ ਸਨ। ਇਹ ਜਲੂਸ ਪੁਰਾਣੇ ਸ਼ਹਿਰ ਦੀਆਂ ਗਲੀਆਂ ਗਾਉਂਦਾ ਹੋਇਆ ਕੁਤਬ ਮੀਨਾਰ ਦੇ ਲਾਗੇ ਖਵਾਜਾ ਬਖਤਿਆਰ ਕਾਕੀ ਦੇ ਰੋਜੇ ਲਾਗੇ ਆਣ ਪੜਿਆ। ਇੱਥੇ ਉਹਨਾਂ ਨੂੰ ਬਾਦਸ਼ਾਹ ਬਹਾਦਰ ਸ਼ਾਹ ਦੀ ਕਬਰ ਦੀ ਪਰਿਕਰਮਾ ਕਰਾਈ ਗਈ। ਆਪਣੇ ਵੱਲੋਂ ਹਾਕਮਾਂ ਨੇ ਬਾਦਸ਼ਾਹ ਦੀ ਰੂਹ ਨੂੰ ਠੰਡਕ ਪਹੁੰਚਾਈ, ਕਿਉਂਕਿ ਉਹ ਜਿਉਂਦਾ ਹੋਇਆ ਤਾਂ ਬੰਦਾ ਸਿੰਘ ਦਾ ਕੁਝ ਵਿਗਾੜ ਨਹੀਂ ਸੀ ਸਕਿਆ। ਹੁਣ ਹਾਥੀ ਤੋਂ ਉਤਾਰ ਕੇ ਬੰਦਾ ਸਿੰਘ ਨੂੰ ਭੁੰਜੇ ਬਿਠਾ ਲਿਆ ਗਿਆ। ਇੱਕ ਵਾਰ ਫੇਰ ਇਸਲਾਮ ਦੀ ਪੇਸ਼ਕਸ਼ ਕੀਤੀ ਗਈ ਕਿ ਇੰਜ ਕਰਨ ਨਾਲ ਜਾਨ ਬਖਸ਼ੀ ਹੋ ਸਕਦੀ ਹੈ। ਬੰਦਾ ਸਿੰਘ ਤੇ ਸਾਰਿਆਂ ਸਿੰਘਾਂ ਅੱਗੋਂ ਪੂਰੀ ਤਰ੍ਹਾਂ ਤਿਤਕਾਰ ਦਿੱਤਾ ਅਤੇ ਅਫਸਰਾਂ ਨੂੰ ਕਿਹਾ ਕਿ ਜਲਾਦਾਂ ਨੂੰ ਹੁਕਮ ਦੇ ਕੇ ਤੁਸੀਂ ਆਪਣੇ ਸੜਦੇ ਸੀਨੇ ਠਾਰੋ, ਅਸੀਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦੇ ਹਾਂ। ਤਾਰੀਖੇ ਮੁਜ਼ੱਫਰੀ ਦੀ ਲਿਖਤ ਅਨੁਸਾਰ ਗੁਰੂ ਗੋਬਿੰਦ ਸਿੰਘ ਵੱਲੋਂ ਚੁਣੇ ਹੋਏ ਸਿੱਖ ਆਗੂ ਨੇ ਚੰਦ ਦਿਨਾਂ ਦੀ ਨਿਗੂਣੀ ਜ਼ਿੰਦਗੀ ਲਈ ਆਪਣਾ ਧਰਮ ਤਿਆਗਣ ਦੀ ਥਾਂ ਇੱਕ ਸੱਚੇ ਤੇ ਸਿਦਕੀ ਸਿੱਖ ਵਾਂਗ ਆਪਣੇ ਜੀਵਨ ਦਾ ਬਲੀਦਾਨ ਦੇਣਾ ਪ੍ਰਵਾਨ ਕਰ ਲਿਆ। ਬੰਦਾ ਸਿੰਘ ਦੇ 4 ਕੁ ਸਾਲਾਂ ਦੇ ਪੁੱਤਰ ਅਜੇ ਸਿੰਘ, ਜੋ ਤਾਰੀਖੇ ਮੁਹੰਮਦ ਸ਼ਾਹੀ ਦੇ ਸ਼ਬਦਾਂ ਮੁਜਬ ਬਹੁਤ ਹੀ ਸੋਹਣਾ ਤੇ ਪਰਲੇ ਦਰਜੇ ਦਾ ਸ਼ਕੀਲ ਸੀ, ਨੂੰ ਉਸ ਦੀ ਗੋਦੀ ਵਿੱਚ ਬਿਠਾਇਆ ਤੇ ਖੰਜਰ ਦੇ ਕੇ ਕਿਹਾ ਕਿ ਆਪਣੀ ਹੱਥੀਂ ਉਸ ਨੂੰ ਮਾਰੇ। ਯਾਦ ਰਹੇ, ਜਦ ਹਜ਼ਰਤ ਮੁਹੰਮਦ ਸਾਹਿਬ ਮੱਕਿਓਂ ਹਿਜਰਤ ਕਰਕੇ ਮਦੀਨੇ ਚਲੇ ਗਏ ਤਾਂ ਮੱਕੇ ਵਾਲਿਆਂ ਉਹਨਾਂ ਨੂੰ ਉੱਥੇ ਵੀ ਸੁੱਖ ਦਾ ਸਾਹ ਨਾ ਲੈਣ ਦਿੱਤਾ। ਉੱਥੇ ਜਾ ਕੇ ਹਮਲੇ ਕੀਤੇ। ਪਹਿਲੀ ਬਦਰ ਦੀ ਲੜਾਈ ਕਰਕੇ ਤੇ ਦੂਜੀ ਉਹਦ ਦੀ ਲੜਾਈ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਲੜਾਈ ਵਿੱਚ ਮੱਕੇ ਦੀ ਫੌਜ ਦੇ ਇੱਕ ਜੰਗਜੂ ਤੇ ਵੱਡੇ ਅਫਸਰ ਅਤਬਾ ਨਾਮੀ ਨੇ ਹਜ਼ਰਤ ਦੀ ਫੌਜ ਨੂੰ ਵੰਗਾਰਿਆ ਕਿ ਆਓ ਕੋਈ ਸੂਰਮਾ ਤੇ ਵੇਖੋ ਮੇਰੇ ਨਾਲ 2 ਹੱਥ। ਉਸ ਦਾ ਲੜਕਾ ਜੋ ਮੁਸਲਮਾਨ ਹੋ ਚੁੱਕਿਆ ਸੀ, ਉਹ ਉੱਠ ਕੇ ਆਪਣੇ ਬਾਪ ਦੇ ਮੁਕਾਬਲੇ ਤੇ ਜਾਣ ਲੱਗਾ ਕਿ ਉਸ ਨੂੰ ਮੁਕਾਬਲੇ ਵਿੱਚ ਕਤਲ ਕਰੇ, ਤਾਂ ਹਜ਼ਰਤ ਮੁਹੰਮਦ ਨੇ ਉਸ ਨੂੰ ਮਨਾ ਕਰ ਦਿੱਤਾ। ਕਿਹਾ ਕਿ ਇਸਲਾਮੀ ਸ਼ਰਅ ਵਿੱਚ ਇਹ ਬਿਲਕੁਲ ਅਪਰਵਾਨਿਤ ਹੈ ਕਿ ਬੱਚਾ ਬਾਪ ਨੂੰ ਮਾਰੇ ਜਾਂ ਬਾਪ ਬੱਚੇ ਨੂੰ। ਇਸ ਤੋਂ ਲਗਭਗ 1000 ਸਾਲ ਬਾਅਦ ਸ਼ਰਅ ਦੀ ਸ਼ਕਲ ਹੀ ਵਿਗਾੜ ਦਿੱਤੀ। ਮੁਗਲ ਰਾਜ ਵਿੱਚ ਤਾਂ ਇਸ ਦਾ ਹੁਲੀਆ ਹੀ ਮੁਲਾਣਿਆਂ ਬਦਲ ਦਿੱਤਾ। ਹਜ਼ਰਤ ਤਾਂ ਬਾਪ ਬੇਟੇ ਦੇ ਵਿਚਕਾਰ ਲੜਾਈ ਤੱਕ ਨੂੰ ਪਸੰਦ ਨਹੀਂ ਕਰਦੇ। ਹਾਲਾਂਕਿ ਅਤਬਾ ਦਾ ਮਾਰੇ ਜਾਣਾ ਇਸਲਾਮ ਦੇ ਮੁਫਾਦ ਵਿੱਚ ਸੀ, ਪਰ ਵੇਖੋ ਸਿਤਮ ਜ਼ਰੀਫੀ ਇਹਨਾਂ ਲੋਕਾਂ ਦੀ। ਬੰਦਾ ਸਿੰਘ ਜਦ ਕਿ ਇਹਨਾਂ ਦੀ ਕੈਦ ਵਿੱਚ ਹੈ ਤੇ ਮਜ਼ਬੂਤ ਹਾਲਤ ਵਿੱਚ ਹੈ, ਉਸ ਨੂੰ ਕਿਹਾ ਜਾਂਦਾ ਹੈ ਕਿ ਆਪਣੇ ਸ਼ੀਰਖੋਰ ਬੱਚੇ ਨੂੰ ਹੱਥੀਂ ਕਤਲ ਕਰੇ। ਕੋਈ ਇਸਲਾਮੀ ਧਾਰਮਿਕ ਵਿਦਵਾਨ ਦੱਸ ਸਕਦਾ ਕਿ ਉਸ ਮਾਸੂਮ ਬੱਚੇ ਦਾ ਕੀ ਕਸੂਰ ਸੀ? ਸ਼ਰਅ ਇਸ ਜ਼ੁਲਮ ਦੀ ਆਗਿਆ ਦਿੰਦੀ ਹੈ। ਬੰਦਾ ਸਿੰਘ ਤੇ ਉਸ ਦੇ ਸਾਥੀਆਂ ਨੂੰ ਕਿਹਾ ਗਿਆ ਕਿ ਉਹ ਜ਼ਾਲਮ ਹਨ, ਬੁਰੇ ਹਨ। ਜੇ ਉਹ ਮੁਸਲਮਾਨ ਹੋ ਜਾਂਦੇ ਤਾਂ ਕੀ ਉਹ ਸਤਪੁਰਸ਼ ਬਣ ਜਾਂਦੇ? ਮੰਨ ਲਓ ਇਸਲਾਮ ਵਿੱਚ ਇਹ ਖੂਬੀ ਹੈ ਕਿ ਜੇ ਕੋਈ ਜ਼ਾਲਮ ਆਦਮੀ ਉਸ ਨੂੰ ਧਾਰਨ ਕਰ ਲਵੇ ਤਾਂ ਅੱਲਾ ਤੇ ਰਸੂਲ ਨੂੰ ਪ੍ਰਵਾਨ ਹੋ ਜਾਂਦਾ, ਤਾਂ ਜੋ ਪਹਿਲਾਂ ਹੀ ਮੁਸਲਮਾਨ ਹਨ, ਅੱਲਾ ਤੇ ਰਸੂਲ ਦੇ ਪਿਆਰੇ ਹਨ, ਉਹ ਜ਼ੁਲਮ ਕਿਉਂ ਕਰਨ? ਕੀ ਉਹਨਾਂ ਨੂੰ ਜ਼ੁਲਮ ਦਾ ਧੁਰੋਂ ਪਟਾ ਲਿਖਤ ਵਿੱਚ ਮਿਲਿਆ ਹੈ ਕਿ ਜੋ ਜੀ ਆਵੇ ਇਸਲਾਮ ਦੇ ਨਾਂ ਤੇ ਕਰੇ? ਬੰਦਾ ਸਿੰਘ ਨੇ ਤਾਂ ਉਹਨਾਂ ਲੋਕਾਂ ਦੀ ਸੁਧਾਈ ਕੀਤੀ ਸੀ ਜਿਨ੍ਹਾਂ ਜ਼ੁਲਮ ਜ਼ਬਰ ਦੀ ਅੱਤ ਚੁੱਕੀ ਹੋਈ ਸੀ, ਜਿਵੇਂ ਸਰਹੰਦ, ਸਮਾਣਾ, ਸਢੌਰਾ, ਇਸਮਾਇਲਾਬਾਦ, ਕਪੂਰੀ ਤੇ ਪਹਾੜੀ ਰਾਜੇ। ਹੋਰ ਕਿਸੇ ਨੂੰ ਉਸਨੇ ਕੁਝ ਨਹੀਂ ਕਿਹਾ। ਜੋ ਇਲਾਕਾ ਮੁਗਲ ਪੰਜੇ ਤੋਂ ਆਜ਼ਾਦ ਕਰਵਾਇਆ, ਉਸ ਉੱਤੇ ਕਿਸੇ ਚੰਗੇ ਆਚਰਨ ਤੇ ਨਿਆਂਕਾਰੀ ਲੋਕਲ ਆਦਮੀ ਨੂੰ ਹੀ ਥਾਪਿਆ। ਕਿਸੇ ਮੁਸਲਮਾਨ ਨੂੰ ਜ਼ਬਰਦਸਤੀ ਸਿੱਖ ਨਹੀਂ ਬਣਾਇਆ, ਸਗੋਂ 5000 ਦੇ ਕਰੀਬ ਮੁਸਲਮਾਨ ਉਸ ਦੀ ਫੌਜ ਵਿੱਚ ਸਨ। ਉਹਨਾਂ ਨੂੰ ਆਪਣੇ ਧਰਮ ਦੀਆਂ ਸਭ ਰੀਤੀਆਂ ਕਰਨ ਦੀ ਖੁੱਲ੍ਹ ਸੀ। ਜਿਸ ਕਰੜੇ ਇਮਤਿਹਾਨ ਵਿੱਚ ਦੀ ਸਿੱਖਾਂ ਨੂੰ ਲੰਘਣਾ ਪਿਆ ਹੈ, ਜੇ ਇੰਨੇ ਭੈੜੇ ਤੇ ਸਖਤ ਇਮਤਿਹਾਨ ਮੁਸਲਮਾਨਾਂ ਨੂੰ ਦੇਣੇ ਪੈਂਦੇ ਤਾਂ ਸ਼ਾਇਦ ਹਿੰਦੁਸਤਾਨ ਦਾ ਇਤਿਹਾਸ ਹੀ ਕੁਝ ਹੋਰ ਹੁੰਦਾ। ਬੰਦਾ ਸਿੰਘ ਨਾਲ ਮੁਸਲਮਾਨਾਂ, ਹਿੰਦੂਆਂ
ਅੰਗਰੇਜ਼ਾਂ ਤੇ ਬਹੁਤ ਸਾਰੇ ਸਿੱਖ ਲਿਖਾਰੀਆਂ ਮੂਲੋਂ ਹੀ ਕੋਈ ਇਨਸਾਫ ਨਹੀਂ ਕੀਤਾ, ਉਸ ਦੇ ਕਾਰਨਾਮੇ ਅੱਜ ਵੀ ਬੇਪਰਵਾਹੀ, ਚਲੋ ਸਾਨੂੰ ਕੀ ਅਤੇ ਤੁਅੱਸਬ ਦੀਆਂ ਬੇਓੜਕ ਤਹਿਾਂ ਥੱਲੇ ਦੱਬੇ ਪਏ ਹਨ। ਬੰਦਾ ਸਿੰਘ ਨੇ ਕਿਹਾ ਕਿ ਮੈਂ ਤਾਂ ਅੱਜ ਤੱਕ ਕਿਸੇ ਦੁਸ਼ਮਣ ਦੇ ਬੱਚੇ ਨੂੰ ਵੀ ਨਹੀਂ ਮਾਰਿਆ, ਇਸ ਨੂੰ ਕਿਉਂ ਤੇ ਕਿਵੇਂ ਮਾਰ ਸਕਦਾ ਹਾਂ। ਫਿਰ ਜਲਾਦ ਨੇ ਉਸ ਅਤ ਸੁੰਦਰ ਤੇ ਮਾਸੂਮ ਬੱਚੇ ਨੂੰ ਛੁਰੇ ਨਾਲ ਟੁਕੜੇ ਟੁਕੜੇ ਕਰ ਸੁੱਟਿਆ, ਉਸ ਦਾ ਕਲੇਜਾ ਕੱਢ ਕੇ ਉਸ ਦੇ ਟੋਟੇ ਕੀਤੇ, ਮਾਸ ਦੇ ਲੋਥੜੇ ਬੰਦੇ ਦੇ ਮੂੰਹ ਤੇ ਮਾਰੇ ਤੇ ਟੋਟੇ ਕੀਤਾ ਕਲੇਜਾ ਉਸ ਦੇ ਮੂੰਹ ਵਿੱਚ ਛੁਰੀਆਂ ਨਾਲ ਤੁੰਨ ਦਿੱਤਾ। ਬੱਚੇ ਦੀਆਂ ਆਂਦਰਾਂ ਚੁੱਕ ਕੇ ਬੰਦਾ ਸਿੰਘ ਦੇ ਗਲ ਦੁਆਲੇ ਵਲੇਟੀਆਂ ਗਈਆਂ। ਇਸ ਤੋਂ ਪਿੱਛੋਂ ਉਸ ਦੀ ਸੱਜੀ ਅੱਖ ਕੱਢੀ, ਫਿਰ ਖੱਬੀ, ਸੱਜਾ ਪੈਰ, ਫਿਰ ਖੱਬਾ ਪੈਰ ਵੱਢੇ ਤੇ ਫਿਰ ਇੰਜ ਹੀ ਦੋਵੇਂ ਹੱਥ ਵੱਢੇ ਗਏ। ਦਰਿੰਦਿਆਂ ਨਾਲੋਂ ਬਦਤਰ ਜਲਾਦਾਂ ਨੇ ਲਾਲ ਭਖਦੇ ਜ਼ਮੂਰਾਂ ਨਾਲ ਬੰਦਾ ਸਿੰਘ ਦੇ ਡੌਲਿਆਂ, ਪਿੰਨੀਆਂ, ਪੱਟਾਂ ਤੇ ਪਿੰਡੇ ਤੋਂ ਮਾਸ ਨੋਚਿਆ ਤੇ ਬੋਟੀਆਂ ਕੱਢ ਕੱਢ ਭੁੰਜੇ ਸੁੱਟੀ ਗਏ। ਪਰ ਆਫਰੀਨ ਇਸ ਸਿੱਖ ਦੇ ਚੁੱਪਚਾਪ ਤੇ ਅਡੋਲ ਬੈਠਾ ਰਿਹਾ, ਬਹੁਤੀ ਹਾਲ ਪਾ ਰਿਹਾ ਜਾਂ ਸੀ ਤੱਕ ਨਹੀਂ ਉਚਰੀ। ਜਲਾਦ, ਅਫਸਰ ਤੇ ਵੇਖਣ ਵਾਲੇ ਤਮਾਸ਼ਾਈ ਸਭ ਹੱਕੇ ਬੱਕੇ ਰਹਿ ਗਏ, ਅੱਖਾਂ ਟੱਡੀਆਂ ਹੀ ਰਹਿ ਗਈਆਂ। ਜਲਾਦਾਂ ਨੇ ਤਸੀਹੇ ਦੇਣ ਵਿੱਚ ਆਪਣਾ ਸਾਰਾ ਢਿੱਲ ਲਾ ਲਿਆ, ਪਰ ਉਹ ਬੰਦਾ ਸਿੰਘ ਦੇ ਮੂੰਹੋਂ ਸੀ ਨਾ ਕਢਵਾ ਸਕੇ। ਜਲਾਦ ਉਸ ਦੇ ਹੱਥ ਅੱਗੇ ਹਾਰ ਗਏ। ਅੰਤ ਉਸ ਦਾ ਸਿਰ ਵੱਢ ਦਿੱਤਾ ਗਿਆ ਤੇ ਬਾਕੀ ਸਰੀਰ ਦੇ ਬੰਦ-ਬੰਦ ਕੱਟ ਦਿੱਤੇ। ਧਰਤੀ ਖੂਨ ਤੇ ਸ਼ਹੀਦ ਦੇ ਮਾਸ ਦੀਆਂ ਬੋਟੀਆਂ ਨਾਲ ਵਿਸ਼ੀ ਫੁਲਕਾਰੀ ਵਰਗੀ ਹੋ ਗਈ। ਮਾਊਂਟ ਸਟੂਰਟ ਐਲਫਿੰਸਟਨ ਦੇ ਜ਼ਿਕਰ ਅਨੁਸਾਰ ਉਸ ਨੇ ਬੜੇ ਅਥਾਹ ਧੀਰਜ ਤੇ ਨਿਸ਼ਚੇ ਨਾਲ ਸਮੇਂ ਦੇ ਅਨਿਆਂ ਅਤੇ ਅਤਿਆਚਾਰਾਂ ਨੂੰ ਖਤਮ ਕਰਨ ਲਈ ਵਾਹਿਗੁਰੂ ਵੱਲੋਂ ਇੱਕ ਸਾਧਨ ਹੋਣ ਵਿੱਚ ਖੁਸ਼ੀ-ਖੁਸ਼ੀ ਜਾਨ ਕੁਰਬਾਨ ਕੀਤੀ। ਬਾਕੀ ਸਿੰਘਾਂ ਨੂੰ ਵੀ ਇੰਜ ਹੀ ਤਸੀਹੇ ਦੇ ਕੇ ਕੀਮਾ ਕਰ ਦਿੱਤਾ ਗਿਆ। ਇਹ ਅਤਿਆਚਾਰ ਮੁਗਲ ਰਾਜ ਦੀ ਭਰ ਕੇ ਬੇੜੀ ਡੋਬਣ ਲਈ ਵਜ਼ਨੀ ਪੱਥਰ ਸਿੱਧ ਹੋਇਆ। ਭੂਰਿਆਂ ਵਾਲੇ ਰਾਜੇ ਕੀਤੇ ਭਾਗ 23। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।